ਸਮਾਜਵਾਦੀਆਂ ਨੇ ਲੋਕਤੰਤਰ ਦੀ ਆਪਣੇ ਅਕੋਰਡਿੰਗ ਵਿਆਖਿਆ ਕੀਤੀ ਹੈ। ਉਦਾਰਵਾਦੀ ਲੋਕਤੰਤਰ ਦੀ ਵਿਆਖਿਆ ਵੀ ਆਪਣੇ ਅਨੁਸਾਰ ਕੀਤੀ ਹੈ ਅਤੇ ਜੋ ਸਮਾਜਵਾਦੀ ਸ਼ਾਸਨ ਪ੍ਰਬੰਧ ਹੈ ਉਸ ਨੂੰ ਵਾਸਤਵ ਲੋਕਤੰਤਰ ਦੱਸ ਕੇ, ਉਸ ਨੂੰ ਅਸਲ ਲੋਕਤੰਤਰ ਦੱਸ ਕੇ ਉਸ ਦੀ ਵਿਆਖਿਆ ਵੀ ਆਪਣੇ ਅਨੁਸਾਰ ਕੀਤੀ ਹੈ। ਇਸ ਲੈਕਚਰ ਦੇ ਵਿੱਚ ਅਸੀਂ ਸਮਾਜਵਾਦੀਆਂ ਦੀ ਜੋ ਵਿਚਾਰਧਾਰਾ ਹੈ ਉਸ ਦਾ ਆਲੋਚਨਾਤਮਕ ਮੁਲਾਂਕਣ ਕਰਾਂਗੇ ਕਿ ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਕਮੀਆਂ ਹਨ। ਸਮਾਜਵਾਦੀ ਵਿਚਾਰਧਾਰਾ ਦੇ ਅਨੁਸਾਰ ਰਾਜ ਦਮਨ ਤੇ ਸ਼ੋਸ਼ਣ ਦਾ ਸਾਧਨ ਹੈ, ਰਾਜ ਦਾ ਅਲੋਪ ਹੋਣਾ ਤੈਅ ਹੈ, ਪਰੰਤੂ ਰਾਜ ਨੂੰ ਇੱਕ ਕੁਦਰਤੀ ਤੇ ਨੈਤਿਕ ਸੰਸਥਾ ਮੰਨਿਆ ਜਾਂਦਾ ਹੈ। ਰਾਜਨੀਤੀ ਸ਼ਾਸਤਰ ਦੇ ਪਿਤਾਮਾ ਅਰਸਤੂ ਉਹਨਾਂ ਨੇ ਕਿਹਾ ਹੈ ਕਿ ਰਾਜ ਮਨੁੱਖ ਲਈ ਉਸੇ ਤਰ੍ਹਾਂ ਕੁਦਰਤੀ ਹੈ ਜਿਵੇਂ ਪਰਿਵਾਰ ਕੁਦਰਤੀ ਹੈ। ਇਸ ਲਈ ਰਾਜ ਮਨੁੱਖ ਲਈ ਇੱਕ ਕੁਦਰਤੀ ਅਤੇ ਨੈਤਿਕ ਸੰਸਥਾ ਮੰਨਿਆ ਜਾਂਦਾ ਹੈ, ਪਰੰਤੂ ਇਕੱਲਾ ਜੋ ਸਮਾਜਵਾਦੀ ਵਿਚਾਰਧਾਰਾ ਹੈ ਉਹੀ ਰਾਜ ਨੂੰ ਇੱਕ ਦਮਨ ਦਾ ਸਾਧਨ, ਇੱਕ ਸ਼ੋਸ਼ਣ ਦਾ ਸਾਧਨ ਬਣਦੀ ਹੈ। ਰਾਜ ਸਮਾਜ ਦਾ ਇੱਕੋ ਇੱਕ ਐਸਾ ਸੰਗਠਨ ਹੈ ਜਿਹੜਾ ਸਾਰਿਆਂ ਲਈ ਬਰਾਬਰ ਹੈ। ਬਾਕੀ ਸਾਰੇ ਜਿਹੜੇ ਸੰਗਠਨ ਹਨ, ਕੋਈ ਅਸੀਂ ਐਸੋਸੀਏਸ਼ਨ ਬਣਾਈ ਹੋਈ ਹੈ, ਕੋਈ ਯੂਨੀਅਨ ਬਣਾਈ ਹੋਈ ਹੈ, ਉਹ ਸਾਡੇ ਆਪੋ ਆਪਣੇ ਵਰਗ ਦੇ ਹਿੱਤਾਂ ਲਈ ਕਾਰਜ ਕਰਦੀ ਹੈ, ਪਰੰਤੂ ਰਾਜ ਹੀ ਇੱਕ ਇਸ ਤਰ੍ਹਾਂ ਦੀ ਸੰਸਥਾ ਹੈ ਜਿਹੜੀ ਸਮਾਜ ਦੇ ਸਾਰੇ ਵਰਗਾਂ ਦੀ ਸਾਂਝੀ ਸੰਸਥਾ ਕਹੀ ਜਾ ਸਕਦੀ ਹੈ। ਇਹ ਠੀਕ ਹੈ ਕਿ ਰਾਜ ਦੇ ਵਿੱਚ ਕੁਝ ਲੋਕ ਹੁੰਦੇ ਹਨ, ਚੁਸਤ ਚਲਾਕ ਹੁੰਦੇ ਹਨ, ਜਿਹੜੇ ਰਾਜਨੀਤਿਕ ਸ਼ਕਤੀ ਦੀ ਵਰਤੋਂ ਆਪਣੇ ਨਿੱਜੀ ਫਾਇਦਿਆਂ ਲਈ ਕਰਨ ਦੀ ਕੋਸ਼ਿਸ਼ ਕਰਦੇ ਹਨ, ਕਰ ਵੀ ਜਾਂਦੇ ਹਨ, ਪਰੰਤੂ ਅਸੀਂ ਇਹ ਨਹੀਂ ਕਹਿ ਸਕਦੇ ਕਿ ਰਾਜ ਨੂੰ ਬਿਲਕੁਲ ਹੀ ਡਿਸੋਲਵ ਕਰ ਦੇਣਾ ਚਾਹੀਦਾ ਹੈ। ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹ ਫਿਰ ਕਿਸੇ ਹੋਰ ਪਲੇਟਫਾਰਮ ਦੀ ਵਰਤੋਂ ਕਰਨਗੇ। ਕਿਉਂਕਿ ਜਿਹੜਾ ਅੱਜ ਦਾ ਰਾਜ ਹੈ ਉਸ ਨੂੰ ਦਮਨ ਤੇ ਸ਼ੋਸ਼ਣ ਦਾ ਸਾਧਨ ਨਹੀਂ ਕਿਹਾ ਜਾ ਸਕਦਾ। ਇਹ ਇੱਕ ਕਲਿਆਣਕਾਰੀ ਰਾਜ ਹੈ, ਕਲਿਆਣਕਾਰੀ ਕਾਰਜ ਵੀ ਕਰਦਾ ਹੈ, ਜਿਹੜੇ ਕਮਜ਼ੋਰ ਵਰਗ ਹਨ ਉਹਨਾਂ ਦੇ ਹਿੱਤਾਂ ਦੀ ਰੱਖਿਆ ਵੀ ਕਰਦਾ ਹੈ। ਸਮਾਜਵਾਦੀ ਸਿਧਾਂਤ ਦੀ ਦੂਸਰੀ ਆਲੋਚਨਾ ਕੀਤੀ ਜਾਂਦੀ ਹੈ ਕਿ ਲੋਕਤੰਤਰ ਅਤੇ ਤਾਨਾਸ਼ਾਹੀ ਇਕੱਠੇ ਚੱਲ ਹੀ ਨਹੀਂ ਸਕਦੇ। ਮਾਰਕਸਵਾਦੀ ਵਿਚਾਰਧਾਰਾ ਕਹਿੰਦੀ ਹੈ ਕਿ ਮਜ਼ਦੂਰਾਂ ਦੀ ਕ੍ਰਾਂਤੀ ਤੋਂ ਬਾਅਦ ਮਜ਼ਦੂਰਾਂ ਦੀ ਤਾਨਾਸ਼ਾਹੀ ਲਾਗੂ ਹੋਵੇਗੀ, ਜਿਸ ਨੂੰ ਸਮਾਜਵਾਦੀ ਲੋਕਤੰਤਰ ਕਿਹਾ ਜਾਵੇਗਾ, ਪਰੰਤੂ ਉਸੇ ਹੀ ਵਿਵਸਥਾ ਨੂੰ ਇਹ ਤਾਨਾਸ਼ਾਹੀ ਵੀ ਆਖਦੇ ਹਨ, ਉਸੇ ਨੂੰ ਇਹ ਲੋਕਤੰਤਰ ਵੀ ਆਖਦੇ ਹਨ। ਇਹ ਦੋਨੇ ਚੀਜ਼ਾਂ ਨੇ ਜਿਹੜੀਆਂ ਇਕੱਠੀਆਂ ਨਹੀਂ ਹੋ ਸਕਦੀਆਂ। ਇਸ ਲਈ ਜਾਂ ਇਸ ਨੂੰ ਤਾਨਾਸ਼ਾਹੀ ਕਿਹਾ ਜਾ ਸਕਦਾ ਹੈ, ਜੇ ਲੋਕਤੰਤਰੀ ਤਰੀਕੇ ਨਾਲ ਚਲਾਇਆ ਜਾਂਦਾ ਹੈ ਤਾਂ ਲੋਕਤੰਤਰ ਕਿਹਾ ਜਾ ਸਕਦਾ ਹੈ। ਇਹ ਦੋਨੇ ਸ਼ਬਦ ਨੇ ਜਿਹੜੇ ਇੱਕ ਦੂਜੇ ਦੇ ਵਿਰੋਧੀ ਹਨ। ਸਮਾਜਵਾਦੀ ਕਹਿੰਦੇ ਹਨ ਜਾਂ ਮਾਰਕਸਵਾਦੀ ਕਹਿੰਦੇ ਹਨ ਕਿ ਮਜ਼ਦੂਰਾਂ ਦੇ ਲੋਕਤੰਤਰ ਦੇ ਵਿੱਚ, ਸਮਾਜਵਾਦੀ ਲੋਕਤੰਤਰ ਦੇ ਵਿੱਚ ਅਮੀਰ ਲੋਕਾਂ ਨੂੰ ਸਨੱਬ ਕੀਤਾ ਜਾਵੇਗਾ, ਉਹਨਾਂ ਦਾ ਦਮਨ ਕੀਤਾ ਜਾਵੇਗਾ, ਉਹਨਾਂ ਨੂੰ ਰਾਜਨੀਤਿਕ ਸ਼ਕਤੀ ਤੋਂ ਪਰਾਂ ਰੱਖਿਆ ਜਾਵੇਗਾ, ਜਿਸ ਤਰ੍ਹਾਂ ਲੋਕਤੰਤਰ ਦੇ ਵਿੱਚ, ਬੁਰਜੂਆ ਲੋਕਤੰਤਰ ਦੇ ਵਿੱਚ ਮਜ਼ਦੂਰਾਂ ਨੂੰ ਸਾਈਡ ਤੇ ਰੱਖਿਆ ਜਾਂਦਾ ਹੈ। ਪਰੰਤੂ ਇਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਵਾਜਿਬ ਜਾਂ ਜਾਇਜ਼ ਨਹੀਂ ਕਿਹਾ ਜਾ ਸਕਦਾ। ਬੇਨ ਤੇ ਪੀਟਰ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਕਿਸੇ ਵਿਅਕਤੀ ਨੂੰ ਇਸ ਆਧਾਰ ਤੇ ਰਾਜਨੀਤਿਕ ਸ਼ਕਤੀ ਤੋਂ ਦੂਰ ਰੱਖਣਾ ਗਲਤ ਹੈ ਕਿ ਇਹ ਗਰੀਬ ਹੈ, ਉਸੇ ਤਰ੍ਹਾਂ ਕਿਸੇ ਵਿਅਕਤੀ ਨੂੰ ਇਸ ਆਧਾਰ ਤੇ ਵੀ ਰਾਜਨੀਤਿਕ ਸ਼ਕਤੀ ਤੋਂ ਦੂਰ ਰੱਖਣਾ ਗਲਤ ਹੈ ਕਿ ਇਹ ਵਿਅਕਤੀ ਅਮੀਰ ਹੈ। ਚਾਹੇ ਕੋਈ ਵਿਅਕਤੀ ਅਮੀਰ ਹੈ, ਚਾਹੇ ਗਰੀਬ ਹੈ, ਹਰ ਵਿਅਕਤੀ ਨੂੰ ਰਾਜਨੀਤੀ ਦੇ ਵਿੱਚ ਭਾਗ ਲੈਣ ਦਾ ਹੱਕ ਹੋਣਾ ਚਾਹੀਦਾ ਹੈ। ਇੱਕ ਦਲੀ ਪ੍ਰਣਾਲੀ ਕਦੇ ਵੀ ਲੋਕਤੰਤਰੀ ਨਹੀਂ ਹੋ ਸਕਦੀ। ਜਿਹੜੇ ਮਾਰਕਸਵਾਦੀ ਹਨ ਇਹ ਕਹਿੰਦੇ ਹਨ ਕਿ ਸਮਾਜਵਾਦੀ ਲੋਕਤੰਤਰ ਦੇ ਵਿੱਚ ਇਕੱਲੀ ਕਮਿਊਨਿਸਟ ਪਾਰਟੀ ਹੋਵੇਗੀ, ਹੋਰ ਕੋਈ ਪਾਰਟੀ ਨਹੀਂ ਹੋਵੇਗੀ, ਪਰੰਤੂ ਜਿੱਥੇ ਇੱਕ ਦਲੀ ਪ੍ਰਣਾਲੀ ਹੋਵੇ ਉੱਥੇ ਲੋਕਾਂ ਸਾਹਮਣੇ ਨਾ ਤਾਂ ਕੋਈ ਹੋਰ ਪਾਰਟੀ ਹੁੰਦੀ ਹੈ ਅਤੇ ਨਾ ਹੀ ਲੋਕਾਂ ਸਾਹਮਣੇ ਕੋਈ ਨਵਾਂ ਪ੍ਰੋਗਰਾਮ ਹੁੰਦਾ ਹੈ। ਇੱਕੋ ਪਾਰਟੀ, ਇੱਕੋ ਮੈਨੀਫੈਸਟੋ, ਕਮਿਊਨਿਸਟ ਪਾਰਟੀ ਅਤੇ ਕਮਿਊਨਿਸਟ ਮੈਨੀਫੈਸਟੋ। ਜਦੋਂ ਲੋਕਾਂ ਦੇ ਸਾਹਮਣੇ ਕੋਈ ਚੁਆਇਸ ਨਹੀਂ ਹੈ ਤਾਂ ਫਿਰ ਇਲੈਕਸ਼ਨ ਦਾ ਕੋਈ ਲਾਭ ਨਹੀਂ ਹੈ। ਲੋਕਾਂ ਦੇ ਸਾਹਮਣੇ 5 ਕੈਂਡੀਡੇਟ ਖੜੇ ਹਨ, 10 ਕੈਂਡੀਡੇਟ ਖੜੇ ਹਨ, ਪਰੰਤੂ ਸਾਰੇ ਕਮਿਊਨਿਸਟ ਪਾਰਟੀ ਨਾਲ ਸੰਬੰਧਿਤ ਹਨ, ਸਾਰਿਆਂ ਦੀਆਂ ਜੜ੍ਹਾਂ ਇੱਕੋ ਥਾਂ ਤੇ ਹਨ। ਫਿਰ ਉਸ ਦਾ ਲੋਕਾਂ ਦੀ ਜੋ ਚੁਆਇਸ ਹੈ, ਲੋਕਾਂ ਨੇ ਕਿਸ ਕੈਂਡੀਡੇਟ ਨੂੰ ਚੁਣਨਾ ਹੈ, ਉਸ ਦਾ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਲੈਕਸ਼ਨ ਦੇ ਵਿੱਚ ਚੁਣੇ ਗਏ ਵਿਅਕਤੀ ਨਾਲੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਚੁਣੇ ਗਏ ਵਿਅਕਤੀ ਦੀ ਪਾਰਟੀ। ਜਦੋਂ ਪਾਰਟੀ ਇੱਕ ਹੈ, ਪ੍ਰੋਗਰਾਮ ਇੱਕ ਹੈ, ਮੈਨੀਫੈਸਟੋ ਇੱਕ ਹੈ, ਤਾਂ ਲੋਕਾਂ ਦੀਆਂ ਵੋਟਾਂ ਲੈਣ ਦਾ ਕੋਈ ਲਾਭ ਨਹੀਂ ਹੁੰਦਾ। ਵੋਟਾਂ ਨੇ ਜੋ, ਇਲੈਕਸ਼ਨਸ ਨੇ ਜੋ, ਉਹ ਕੇਵਲ ਦੁਨੀਆ ਨੂੰ ਦਿਖਾਉਣ ਲਈ ਇੱਕ ਦਿਖਾਵਾ ਮਾਤਰ ਰਹਿ ਜਾਂਦੀਆਂ ਨੇ। ਚੌਥੀ ਆਲੋਚਨਾ ਕੀਤੀ ਜਾਂਦੀ ਹੈ, ਚੌਥੀ ਕਮੀ ਹੈ ਸਮਾਜਵਾਦੀ ਲੋਕਤੰਤਰ ਦੇ ਵਿੱਚ ਕਿ ਇਹ ਟੋਟੈਲੀਟੇਰੀਅਨ ਸਟੇਟ, ਸਰਵਸੱਤਾਵਾਦੀ ਰਾਜ ਦਾ ਸਮਰਥਨ ਕਰਦੇ ਹਨ। ਸਰਵਸੱਤਾਵਾਦੀ ਰਾਜ ਅਸੀਂ ਉਸ ਰਾਜ ਨੂੰ ਕਹਿੰਦੇ ਹਾਂ ਜਿਹੜਾ ਵਿਅਕਤੀ ਦੀ ਲਾਈਫ ਦੇ ਹਰ ਐਸਪੈਕਟ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕੰਟਰੋਲ ਕਰੇ। ਜਿਵੇਂ ਵਿਅਕਤੀ ਨੇ ਕੀ ਪਹਿਨਣਾ ਹੈ, ਵਿਅਕਤੀ ਨੇ ਕੀ ਸੁਣਨਾ ਹੈ, ਵਿਅਕਤੀ ਨੇ ਕੀ ਲਿਖਣਾ ਹੈ, ਵਿਅਕਤੀ ਨੇ ਕੀ ਖਾਣਾ ਹੈ, ਵਿਅਕਤੀ ਨੇ ਕੀ ਕੰਮ ਕਰਨਾ ਹੈ, ਹਰ ਪੱਖ ਹੈ ਜਦੋਂ ਸਟੇਟ ਦੇ ਕੰਟਰੋਲ ਦੇ ਵਿੱਚ ਹੋਵੇ ਉਸ ਨੂੰ ਸਰਵਸੱਤਾਵਾਦੀ ਰਾਜ ਕਿਹਾ ਜਾਂਦਾ ਹੈ ਤੇ ਇਸ ਨੂੰ ਸਭ ਤੋਂ ਮਾੜੀ ਕਿਸਮ ਦਾ ਸ਼ਾਸਨ ਪ੍ਰਬੰਧ ਕਿਹਾ ਜਾਂਦਾ ਹੈ, ਕਿਉਂਕਿ ਇੰਡੀਵਿਜੂਅਲ ਲਿਬਰਟੀ ਨੂੰ ਬਿਲਕੁਲ ਇਹ ਖਤਮ ਕਰ ਦਿੰਦਾ ਹੈ, ਮਨੁੱਖਤਾ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ। ਕਿਸੇ ਵਿਅਕਤੀ ਨੂੰ ਸ਼ਾਸਕਾਂ ਦੀਆਂ ਮਨਮਾਨੀਆਂ ਦਾ ਜਾਂ ਸੱਤਾਧਾਰੀ ਪਾਰਟੀ ਦਾ ਵਿਰੋਧ ਕਰਨ ਦਾ ਹੱਕ ਨਹੀਂ ਹੁੰਦਾ। ਸਮਾਜਵਾਦੀ ਰਾਜ ਦੇ ਵਿੱਚ ਜਿਹੜਾ ਵਿਅਕਤੀ ਇਸ ਤਰ੍ਹਾਂ ਕਰਦਾ ਹੈ ਉਸ ਨੂੰ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਮੌਤ ਦੀ ਸਜ਼ਾ, ਕਈ ਤਰੀਕਿਆਂ ਦੇ ਨਾਲ ਮੌਤ ਦੀ ਸਜ਼ਾ, ਇਹ ਸਮਾਜਵਾਦੀ ਰਾਜਾਂ ਦੇ ਵਿੱਚ ਆਮ ਦੀ ਗੱਲ ਹੁੰਦੀ ਹੈ। ਇਸ ਤਰ੍ਹਾਂ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਕਰਕੇ ਰੱਖਿਆ ਜਾਂਦਾ ਹੈ, ਇੱਕ ਸਹਿਮ ਪੈਦਾ ਕਰਕੇ ਰੱਖਿਆ ਜਾਂਦਾ ਹੈ
ਜਿੱਥੇ ਲੋਕ ਐਗਜ਼ਿਸਟ ਤਾਂ ਕਰਦੇ ਹਨ ਪਰ ਲੋਕ ਉਹਨਾਂ ਨੂੰ ਅਸੀਂ ਮਨੁੱਖਾਂ ਦੇ ਤੌਰ ਤੇ ਜਿਉਂਦੇ ਲੋਕਾਂ ਦੇ ਵਿੱਚ ਨਹੀਂ ਗਿਣ ਸਕਦੇ। ਇਸ ਲਈ ਇਹ ਇੱਕ ਸਰਵਸੱਤਾਵਾਦੀ ਰਾਜ ਦਾ ਸਮਰਥਨ ਕਰਦਾ ਹੈ, ਜਿੱਥੇ ਧਰਮ, ਆਰਥਿਕਤਾ, ਐਜੂਕੇਸ਼ਨ, ਪਰਿਵਾਰਕ ਜੀਵਨ, ਮੀਡੀਆ ਕਿ ਲੋਕਾਂ ਨੇ ਕੀ ਸੁਣਨਾ ਹੈ, ਕੀ ਬੋਲਣਾ ਹੈ, ਸਾਰਾ ਕੁਝ ਸਟੇਟ ਦੇ ਕੰਟਰੋਲ ਦੇ ਵਿੱਚ ਹੁੰਦਾ ਹੈ। ਪੰਜਵੀਂ ਇਹਨਾਂ ਦੀ ਕਮੀ ਹੈ ਸ਼ਕਤੀਆਂ ਦਾ ਕੇਂਦਰੀਕਰਨ। ਸ਼ਕਤੀਆਂ ਦਾ ਬਹੁਤ ਜ਼ਿਆਦਾ ਸੈਂਟਰਲਾਈਜੇਸ਼ਨ ਕਰਦੇ ਹਨ। ਅੱਤ ਦੇ ਪੱਧਰ ਤੱਕ, ਐਕਸਟ੍ਰੀਮ ਦੇ ਲੈਵਲ ਤੱਕ ਸ਼ਕਤੀਆਂ ਦਾ ਕੇਂਦਰੀਕਰਨ ਕੀਤਾ ਜਾਂਦਾ ਹੈ। ਸਮਾਜਵਾਦੀ ਰਾਜ ਪ੍ਰਬੰਧ ਦੇ ਵਿੱਚ ਸਾਰੀ ਰਾਜਨੀਤਿਕ ਸ਼ਕਤੀ, ਆਰਥਿਕ ਸ਼ਕਤੀ, ਸੈਨਿਕ ਸ਼ਕਤੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਦੇ ਹੱਥਾਂ ਵਿੱਚ ਹੁੰਦੀ ਹੈ। ਰਾਜ ਦੀ ਨੀਤੀਆਂ ਦਾ ਕੋਈ ਵਿਰੋਧ ਨਹੀਂ ਕਰ ਸਕਦਾ। ਜਿਹੜਾ ਵਿਰੋਧਤਾ ਕਰਦਾ ਹੈ ਉਸ ਨੂੰ ਬੜੀਆਂ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਜੁਡੀਸ਼ਰੀ, ਜਿਸ ਨੂੰ ਮੰਨਿਆ ਜਾਂਦਾ ਹੈ ਕਿ ਇਹ ਤਾਂ ਕਿਸੇ ਰਾਜਨੀਤਿਕ ਪਾਰਟੀ ਤੱਕ ਹੀ, ਸਰਕਾਰ ਦੇ ਵੀ ਕੰਟਰੋਲ 'ਚ ਨਹੀਂ ਹੋਣੀ ਚਾਹੀਦੀ, ਕਾਰਜਪਾਲਿਕਾ ਤੇ ਵਿਧਾਨ ਮੰਡਲ ਦੇ ਵੀ ਕੰਟਰੋਲ 'ਚ ਨਹੀਂ ਹੋਣੀ ਚਾਹੀਦੀ, ਉਹ ਵੀ ਪੂਰੀ ਤਰ੍ਹਾਂ ਨਾਲ ਕਮਿਊਨਿਸਟ ਪਾਰਟੀ ਦੇ ਕੰਟਰੋਲ ਦੇ ਵਿੱਚ ਹੁੰਦੀ ਹੈ। ਜਿੱਥੇ ਇੰਨਾ ਜ਼ਿਆਦਾ ਸੈਂਟਰਲਾਈਜ਼ਡ ਢਾਂਚਾ ਹੋਵੇ, ਇੰਨੀ ਜ਼ਿਆਦਾ ਓਵਰ ਸੈਂਟਰਲਾਈਜੇਸ਼ਨ ਹੋਵੇ, ਉੱਥੇ ਆਮ ਲੋਕਾਂ ਦੇ ਅਧਿਕਾਰਾਂ ਤੇ ਸੁਤੰਤਰਤਾਵਾਂ ਦੀ ਕੋਈ ਥਾਂ ਨਹੀਂ ਹੁੰਦੀ। ਛੇਵੀਂ ਕਮੀ ਹੈ ਇਹ ਸੁਤੰਤਰ ਨਿਆਂਪਾਲਕਾਂ ਨੂੰ ਕੋਈ ਇੰਪੋਰਟੈਂਸ ਨਹੀਂ ਦਿੰਦੀ। ਸਮਾਜਵਾਦੀ ਰਾਜ ਇਸ ਤਰ੍ਹਾਂ ਦੀ ਨਿਆਂਇਕ ਪ੍ਰਣਾਲੀ ਦੀ ਵਿਵਸਥਾ ਕਰਦਾ ਹੈ ਜਿਸ ਵਿੱਚ ਜੱਜਾਂ ਦੀ ਅਪਾਇੰਟਮੈਂਟ ਦਾ ਆਧਾਰ ਉਹਨਾਂ ਦੀਆਂ ਐਜੂਕੇਸ਼ਨ, ਪੜ੍ਹਾਈ ਜਾਂ ਉਹਨਾਂ ਦੀਆਂ ਯੋਗਤਾਵਾਂ ਨਹੀਂ ਹੁੰਦੀਆਂ, ਸਗੋਂ ਉਹਨਾਂ ਦੇ ਸਮਾਜਵਾਦੀ ਵਿਚਾਰ ਹੁੰਦੇ ਹਨ। ਜਿਹੜਾ ਵਿਅਕਤੀ ਕੱਟੜ ਕਮਿਊਨਿਸਟ ਹੈ ਉਸ ਨੂੰ ਜੱਜ ਅਪਾਇੰਟ ਕੀਤਾ ਜਾਂਦਾ ਹੈ, ਨਾ ਕਿ ਕਿਸੇ ਲਿਬਰਲ ਵਿਚਾਰਧਾਰਾ ਵਾਲੇ ਵਿਅਕਤੀ ਨੂੰ। ਨਿਆਂਇਕ ਪ੍ਰਣਾਲੀ ਦਾ ਜਿਹੜਾ ਆਬਜੈਕਟਿਵ ਹੈ ਉਹ ਵੀ ਲੋਕਾਂ ਲਈ ਨਿਆਂ ਦੀ ਵਿਵਸਥਾ ਕਰਨਾ ਨਹੀਂ ਹੁੰਦਾ, ਬਲਕਿ ਜਿਹੜੀ ਕਮਿਊਨਿਸਟ ਪਾਰਟੀ ਦੀ ਆਈਡੀਓਲੋਜੀ ਹੈ ਉਸ ਦਾ ਲੋਕਾਂ ਦੇ ਵਿੱਚ ਪ੍ਰਸਾਰ ਕਰਨਾ ਹੁੰਦਾ ਹੈ। ਜਿਸ ਰਾਜ ਦੇ ਵਿੱਚ ਨਿਆਂਪਾਲਿਕਾ ਸੁਤੰਤਰ ਨਾ ਹੋਵੇ, ਕਿਉਂਕਿ ਨਿਆਂਪਾਲਿਕਾ ਨੂੰ ਸਭ ਤੋਂ ਵੱਡਾ ਟੈਸਟ ਮੰਨਿਆ ਜਾਂਦਾ ਹੈ ਕਿਸੇ ਰਾਜ ਦਾ ਚੰਗਾ ਹੋਣਾ, ਮਾੜਾ ਹੋਣਾ। ਉਹ ਅਸੀਂ ਇਸ ਗੱਲ ਤੋਂ ਅੰਦਾਜ਼ਾ ਲਾਉਂਦੇ ਹਾਂ ਕਿ ਕਿਸੇ ਰਾਜ ਦਾ ਨਿਆਂਇਕ ਢਾਂਚਾ ਕਿਸ ਤਰ੍ਹਾਂ ਦਾ ਹੈ। ਜਿਹੜੇ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕੁਝ ਰਾਜੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਮਹਾਨ ਸ਼ਾਸਕਾਂ ਦੇ ਵਿੱਚ ਗਿਣਦੇ ਹਾਂ, ਉਹਨਾਂ ਦੀ ਮਹਾਨਤਾ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾਂਦਾ ਹੈ ਕਿ ਉਹ ਬਹੁਤ ਜ਼ਿਆਦਾ ਇਨਸਾਫ ਪਸੰਦ ਸੀ। ਜਿੱਥੇ ਇਨਸਾਫ ਦਾ ਹੀ ਕੋਈ ਪ੍ਰਬੰਧ ਨਾ ਹੋਵੇ, ਨਿਆਂਇਕ ਢਾਂਚਾ ਹੀ ਕਿਸੇ ਪਾਰਟੀ ਦਾ ਗੁਲਾਮ ਹੋਵੇ, ਉਸ ਸਿਸਟਮ ਨੂੰ ਆਧੁਨਿਕ ਮਨੁੱਖ ਦੀ ਜਿਹੜੀ ਜ਼ਮੀਰ ਹੈ ਉਹ ਕਦੇ ਵੀ ਉਸ ਨੂੰ ਚੰਗਾ ਨਹੀਂ ਮੰਨ ਸਕਦੀ। ਸੱਤਵੀਂ ਕਮੀ ਹੈ ਕਿ ਇਹ ਕਲਾ ਅਤੇ ਸਾਹਿਤ ਤੇ ਬਹੁਤ ਸਖਤ ਪਾਬੰਦੀ ਲਾਉਂਦੇ ਹਨ। ਸਮਾਜਵਾਦੀ ਰਾਜ ਪ੍ਰਬੰਧ ਦੇ ਵਿੱਚ ਕੋਈ ਵੀ ਰਚਨਾ ਜਿਹੜੀ ਸੱਤਾਧਾਰੀ ਪਾਰਟੀ ਦੇ ਵਿਰੁੱਧ ਹੋਵੇ ਉਹ ਲੋਕਾਂ ਤੱਕ ਨਹੀਂ ਪਹੁੰਚ ਸਕਦੀ। ਹਰ ਰਚਨਾ ਦਾ ਜਿਹੜਾ ਉਦੇਸ਼ ਹੈ ਉਹ ਸੱਤਾਧਾਰੀ ਪਾਰਟੀ ਦੇ ਗੁਣਗਾਨ ਕਰਨਾ ਹੁੰਦਾ ਹੈ। ਸਿੱਖਿਆ ਸੰਸਥਾਵਾਂ, ਪ੍ਰੈਸ, ਰੇਡੀਓ, ਟੀਵੀ, ਸਾਰੇ ਜਿਹੜੇ ਸੰਚਾਰ ਦੇ ਸਾਧਨ ਹੁੰਦੇ ਹਨ ਉਹ ਅਸਲ ਦੇ ਵਿੱਚ ਇਕੱਲੇ ਪ੍ਰਚਾਰ ਦੇ ਸਾਧਨ ਬਣ ਕੇ ਰਹਿ ਜਾਂਦੇ ਨੇ। ਸਾਰਿਆਂ ਤੇ ਪੂਰੀ ਤਰ੍ਹਾਂ ਨਾਲ ਕਮਿਊਨਿਸਟ ਪਾਰਟੀ ਦਾ ਕੰਟਰੋਲ ਹੁੰਦਾ ਹੈ। ਅੱਠਵੀਂ ਇਹਨਾਂ ਦੀ ਜੋ ਆਲੋਚਨਾ ਕੀਤੀ ਜਾਂਦੀ ਹੈ ਸਮਾਜਵਾਦੀਆਂ ਦੀ, ਉਹ ਹੈ ਕਿ ਇਹਨਾਂ ਦਾ ਉਦੇਸ਼ ਹੈ ਇਸ ਵਿਚਾਰਧਾਰਾ ਦਾ ਕਿ ਸਮਾਜਵਾਦੀ ਰਾਜ ਤਾਂ ਸਿਰਫ ਇੱਕ ਟ੍ਰਾਂਜੀਸ਼ਨਲ ਸਟੇਜ ਹੋਵੇਗਾ ਤੇ ਉਸ ਤੋਂ ਬਾਅਦ ਜਿਹੜਾ ਅੰਤਿਮ ਨਿਸ਼ਾਨਾ ਹੈ ਸਾਡਾ ਉਹ ਕਮਿਊਨਿਜ਼ਮ ਲਾਗੂ ਕਰਨਾ ਹੈ, ਸਾਮਵਾਦ ਲਾਗੂ ਕਰਨਾ ਹੈ। ਸਾਮਵਾਦ ਤਾਂ ਲਾਗੂ ਹੋਵੇਗਾ ਜੇ ਪਹਿਲਾਂ ਵਰਗਹੀਣ ਸਮਾਜ ਦੀ ਸਥਾਪਨਾ ਹੋਵੇਗੀ। ਸਮਾਜ ਵਰਗਹੀਣ ਬਣੇਗਾ ਤਾਂ ਰਾਜ ਦੀ ਜ਼ਰੂਰਤ ਨਹੀਂ ਰਹੇਗੀ, ਸਰਕਾਰ ਦੀ ਜ਼ਰੂਰਤ ਨਹੀਂ ਰਹੇਗੀ। ਪਰੰਤੂ ਜੇ ਇਤਿਹਾਸ ਦੇਖਿਆ ਜਾਵੇ ਇਹਨਾਂ ਦਾ, ਜਿਹੜੇ ਰਾਜਾਂ ਦੇ ਵਿੱਚ ਕਮਿਊਨਿਸਟ ਕ੍ਰਾਂਤੀ ਆਈ ਹੈ ਤਾਂ ਉਹ ਬੜਾ ਇਤਿਹਾਸ ਪੁਰਾਣਾ ਹੋ ਚੁੱਕਿਆ ਹੈ। ਰੂਸ ਦੇ ਵਿੱਚ 1917 ਦੇ ਵਿੱਚ ਕ੍ਰਾਂਤੀ ਆਈ ਸੀ, ਅੱਜ 104-5 ਸਾਲ ਹੋ ਚੁੱਕੇ ਹਨ। ਪੂਰਬੀ ਜਰਮਨੀ ਦੇ ਵਿੱਚ 1945 ਚ, ਕੋਰੀਆ 48 ਦੇ ਵਿੱਚ, ਚੀਨ ਦੇ ਵਿੱਚ 1949, ਕਿਊਬਾ 1961, ਲਾਓਸ 1975, ਵੀਅਤਨਾਮ 1975। ਭਾਵ ਕਈ ਰਾਜਾਂ ਦੇ ਵਿੱਚ ਤਾਂ 100 ਸਾਲ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਹੈ ਕਮਿਊਨਿਸਟ ਕ੍ਰਾਂਤੀ ਨੂੰ ਆਇਆ, ਪਰੰਤੂ ਉੱਥੇ ਰਾਜ ਅਲੋਪ ਨਹੀਂ ਹੋਇਆ ਤੇ ਨਾ ਹੀ ਰਾਜ ਦੇ ਅਲੋਪ ਹੋਣ ਦੇ ਸਾਨੂੰ ਕੋਈ ਚਾਂਸ ਦਿਖਾਈ ਦੇ ਰਹੇ ਹਨ, ਬਲਕਿ ਰਾਜ ਉੱਥੇ ਹੋਰ ਸ਼ਕਤੀਸ਼ਾਲੀ ਹੋ ਰਿਹਾ ਹੈ। ਭਾਵ ਲੋਕਾਂ ਦੀ ਲਾਈਫ ਦਾ ਹਰ ਐਸਪੈਕਟ ਆ ਜਿਹੜਾ ਉੱਥੇ ਬਲਕਿ ਰਾਜ ਦੇ ਕੰਟਰੋਲ ਦੇ ਵਿੱਚ ਆ ਰਿਹਾ ਹੈ। ਸਮਾਜਵਾਦੀ ਵਿਚਾਰਧਾਰਾ ਦੀਆਂ ਜੋ ਕਮੀਆਂ ਅਸੀਂ ਡਿਸਕਸ ਕੀਤੀਆਂ ਹਨ, ਉਹਨਾਂ ਨੂੰ ਡਿਸਕਸ ਕਰਨ ਤੋਂ ਬਾਅਦ ਅਸੀਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਸਮਾਜਵਾਦੀ ਵਿਚਾਰਧਾਰਾ ਨੇ ਉਦਾਰਵਾਦੀ ਲੋਕਤੰਤਰ ਦੇ ਵਿੱਚ, ਜਿਸ ਨੂੰ ਇਹ ਬੁਰਜੂਆ ਲੋਕਤੰਤਰ ਆਖਦੇ ਹਨ, ਪੈਸੇ ਦੀ ਜਿਹੜੀ ਭੂਮਿਕਾ ਸੀ ਕਿ ਪੈਸੇ ਤੋਂ ਬਿਨਾਂ ਚੋਣਾਂ ਨਹੀਂ ਜਿੱਤੀਆਂ ਜਾ ਸਕਦੀਆਂ ਅਤੇ ਮਜ਼ਦੂਰਾਂ ਨਾਲ ਜੋ ਧੱਕਾ ਕੀਤਾ ਜਾਂਦਾ ਸੀ, ਨੀਤੀਆਂ ਮਜ਼ਦੂਰਾਂ ਦੇ ਵਿਰੁੱਧ ਅਤੇ ਪੂੰਜੀਪਤੀਆਂ ਦੇ ਹੱਕ ਵਿੱਚ ਬਣਾਈ ਜਾਂਦੀਆਂ ਸੀ, ਉਹਨਾਂ ਵਿਤਕਰਿਆਂ ਨੂੰ ਇਸ ਨੇ ਸਾਹਮਣੇ ਲਿਆਂਦਾ ਹੈ। ਮਾਰਕਸਵਾਦ ਨੇ ਜੋ ਵਿਚਾਰਧਾਰਾ ਦਿੱਤੀ ਸੀ ਕਿ ਕਿਸੇ ਸਮੇਂ ਮਜ਼ਦੂਰਾਂ ਦੀ ਕ੍ਰਾਂਤੀ ਆਵੇਗੀ, ਕ੍ਰਾਂਤੀ ਤੋਂ ਬਾਅਦ ਸਮਾਜਵਾਦੀ ਰਾਜ ਪ੍ਰਬੰਧ ਲਾਗੂ ਹੋਵੇਗਾ, ਮਜ਼ਦੂਰਾਂ ਦੀ ਤਾਨਾਸ਼ਾਹੀ ਲਾਗੂ ਹੋਵੇਗੀ, ਉਹ ਲਾਗੂ ਵੀ ਹੋਈ ਹੈ। ਮਾਰਕਸ ਕਿਸ ਤਰ੍ਹਾਂ ਦਾ ਵਿਅਕਤੀ ਹੈ ਜਿਸ ਨੇ ਇਹ ਭਵਿੱਖਬਾਣੀ ਕੀਤੀ ਸੀ ਕਿ ਕਿਸੇ ਸਮੇਂ ਮਜ਼ਦੂਰਾਂ ਦੀ ਕ੍ਰਾਂਤੀ ਹੋਵੇਗੀ ਤੇ ਕਈ ਵੱਡੇ ਰਾਜਾਂ ਦੇ ਵਿੱਚ, ਰੂਸ ਦੇ ਵਿੱਚ 1917 ਦੇ ਵਿੱਚ, 1949 ਦੇ ਵਿੱਚ, ਚੀਨ ਦੇ ਵਿੱਚ ਇਹ ਕ੍ਰਾਂਤੀਆਂ ਹੋਈਆਂ ਹਨ ਜਿੱਥੇ ਮਜ਼ਦੂਰਾਂ ਨੇ ਸਾਰੇ ਰਾਜ ਪ੍ਰਬੰਧ ਤੇ ਆਪਣਾ ਕਬਜ਼ਾ ਕੀਤਾ ਹੈ, ਕਮਿਊਨਿਸਟ ਪਾਰਟੀ ਦੀ ਸਥਾਪਨਾ ਕੀਤੀ ਹੈ।
परंतु ये जो राज प्रबंध ने ना रूस का ना चीन का, ये भी कोई इस तरह का जादू नहीं कर सके कि समाज दे विच सारे समाज दे विच सारे लोगों को बिल्कुल समान बना सकन। पूरी समानता उत्थे भी लागू नहीं की जा सकी। दूजे पासे जिहड़े उदारवादी राज हैं उन्होंने अपनी नीतियां दे विच कुछ तब्दीलियां लियांदियां हन। अपनी नीतियां ने जिहड़ियां मजदूर पक्षी बनाउणियां शुरू कीतियां हन अते अपना जो स्वरूप सी उसनूं कल्याणकारी स्वरूप दा बना लिया है। पहला जिहड़ा उदारवाद कट्टर उदारवाद सी, नकारात्मक उदारवाद सी, वो कहंदा सी राज नूं कल्याणकारी काम नहीं करने चाहिए। सिੱਖਿਆ, सेहत, ये सारी चीज़ां ਜਿਹੜੀਆਂ राज के अधिकार खेत्र तो बाहर चाहिए ने। ਜਿਹੜਾ व्यक्ति परचेज कर सकता है ਉਹ ਇਹਨਾਂ चीज़ों ਨੂੰ इंजॉय करे, ਜਿਹੜਾ नहीं परचेज कर सकता उसका ਇਹਨਾਂ चीज़ों ਤੇ ਇਹਨਾਂ तत्थां ਤੇ कोई हक नहीं होना चाहिए। परंतु फिर सकारात्मक उदारवाद की धारणा आई। सकारात्मक उदारवाद की धारणा के तहत उदारवादी राज ने अपने आप को वैलफेयर स्टेट के रूप में बदल लिया है। मार्क्सवाद की प्राप्ति ये नहीं कही जा सकती कि दुनिया के सब तो वड्डे राज रूस दे विच समाजवादी शासन प्रबंध लागू होया सी। मार्क्सवाद की प्राप्ति ये भी नहीं कही जा सकती कि दुनिया के सब तो वध पापूलेशन वाले राज चीन दे विच समाजवादी राज प्रबंध चल रहा है। परंतु मार्क्सवाद की प्राप्ति ये जरूर कही जा सकती है कि मार्क्सवादी राज ने पूंजीवादी राज नूं जां उदारवादी राज नूं कल्याणकारी राज बनने लई मजबूर कर दिता है। जिहड़े पूंजीवादी राज ने अज दुनिया दे वो सारे ही वैलफेयर स्टेट्स हैं। वो सारे ही कमजोर वर्गां लई, विशेष करके मजदूर वर्ग लई नीतियां बनाउंदे हन। उन्हां दे फेवर दे विच नीतियां बनाउंदे हन, कीर्तनिज्म बनाउंदे हन। जिहड़ियां वड्डियां इनकम वालियां फर्मां हन उन्हां ते भारी टैक्स लाउंदे हन, आम लोकां ते थोड़े टैक्स लाउंदे हन। भाव आम लोकां तो थोड़े टैक्स कलैक्ट करके आम लोकां ते नूं सोशल वैलफेयर के नां दे थल्ले सहूलतां दित्तियां जांदियां हन अते ज़्यादा कमाई करने वालियां फर्मां ते व्यक्तियां ते ज़्यादा टैक्स लाए जांदे हन। इस तरह मार्क्सवाद की प्राप्ति असीं कह सकते हैं कि इसने पूंजीवादी राज नूं वैलफेयर स्टेट बनने ते मजबूर कर दिता है। यह मार्क्सवाद की सब तो बड़ी प्राप्ति है। मार्क्सवादी जिहड़े राज ने जां समाजवादी राज ने जिहड़े वो इस समय चीन, क्यूबा, लाओस, वियतनाम ये इस समय भी समाजवादी विचारधारा वाले राज हैं। समाजवादी विचारधारा के अनुसार चल रहे हैं। किसी समय समाजवाद की लहर आई सी जदों रूस की अगवाई दे विच दुनिया के बहुत सारे राज्यों ने समाजवाद नूं ग्रहण किया सी। परंतु अज रूस समेत दुनिया के बहुत सारे राज ने जिहड़े वो समाजवादी विचारधारा नूं छड्ड चुके हैं, पूंजीवादी विचारधारा नूं अपना रहे हैं अते उन्हां दे विच वो सारियां विशेषतावां सानूं मिलदियां हन जिहड़ियां एक उदारवादी लोकतंत्र दे विच, एक पूंजीवादी अर्थव्यवस्था दे विच हुंदियां हन। रूस, कजाकिस्तान, किर्गिस्तान, बुल्गारिया, चैक रिपब्लिक, पूर्वी जर्मनी, यूक्रेन इस तरह के अनेकां देश हैं जिन्हां ने समाजवाद नूं छड्ड दिता है अते मुड़ तो फिर वो राजनीतिक तौर पर उदारवाद वालों अते आर्थिक तौर पर पूंजीवाद वालों वापस आ गए हैं। इस मुख आधार जिन्हां दे बेस ते समाजवादी विचारधारा का जो लोकतंत्र संबंधी सिद्धांत है उसकी आलोचना की जाती है। बहुत बहुत धन्यवाद। गुड लक।